ਹੈਲੋ। ਅਗਰ ਤੁਸੀਂ ਇਸ ਤਰ੍ਹਾਂ ਦੇ ਇੱਕ ਲਰਨਿੰਗ ਸਾਈਕਲ ਦੇ ਵਿੱਚ ਫਸ ਚੁੱਕੇ ਹੋ ਜਿਸ ਦੇ ਵਿੱਚ ਤੁਹਾਨੂੰ ਫਸਟ ਰੀਡਿੰਗ ਟੈਸਟ ਤੁਸੀਂ ਕਰਦੇ ਹੋ, ਆਨਸਰ ਚੈੱਕ ਕਰਦੇ ਹੋ, ਫਿਰ ਲਿਸਨਿੰਗ ਟੈਸਟ ਕਰਦੇ ਹੋ, ਫਿਰ ਆਨਸਰਸ ਚੈੱਕ ਕਰਦੇ ਹੋ। ਆਫਟਰ ਦੈਟ ਇੱਕ ਸਪੀਕਿੰਗ ਟੈਸਟ ਹੁੰਦਾ ਜਿਹਦੇ ਵਿੱਚ ਤੁਹਾਨੂੰ ਇੱਕ ਬਿਲਕੁਲ ਸਿੰਪਲ ਫੀਡਬੈਕ ਦਿੱਤੀ ਜਾਂਦੀ ਕਿ ਤੁਸੀਂ ਇਸ ਜਗ੍ਹਾ 'ਤੇ ਆ ਗ੍ਰਾਮਰ ਮਿਸਟੇਕ ਕੀਤੀ ਹੈਗੀ ਹੈ ਐਂਡ ਉਹ ਵੀ ਜ਼ਿਆਦਾਤਰ ਹਰ ਸੈਂਟੈਂਸ ਦੀ ਨਹੀਂ ਹੁੰਦੀ ਹੈ। ਦੈਨ ਆਫਟਰ ਦੈਟ ਤੁਸੀਂ ਇੱਕ ਰਾਈਟਿੰਗ ਟੈਸਟ ਦੇ ਵਿੱਚ ਅਪੇਅਰ ਹੁੰਦੇ ਹੋ ਔਰ ਉਸ ਰਾਈਟਿੰਗ ਟੈਸਟ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਟਿਕ ਲਗਾ ਕੇ ਦੇ ਵਾਪਿਸ ਕਰ ਦਿੱਤਾ ਜਾਂਦਾ ਰਾਈਟਿੰਗ ਟੈਸਟ ਐਂਡ ਜਾਂ ਕੁਛ ਮਾਈਨਰ ਗ੍ਰਾਮਰ ਐਰਰਸ ਦੱਸ ਦਿੱਤੇ ਜਾਂਦੇ ਹੈਗੇ ਐਂਡ ਨੈਕਸਟ ਡੇ ਫਿਰ ਉਹੀ ਕੰਮ ਸਟਾਰਟ ਹੋ ਜਾਂਦਾ ਐਂਡ ਕਈ ਸੈਂਟਰਸ ਦੋ ਟੈਸਟ ਕਰਵਾਉਂਦੇ ਆ ਡੇਲੀ। ਓਕੇ, ਸੋ ਅਗਰ ਤੁਸੀਂ ਇਸ ਤਰ੍ਹਾਂ ਦੇ ਸਾਈਕਲ ਦੇ ਵਿੱਚ ਫਸੇ ਹੋਏ ਹੋ ਔਰ ਤੁਸੀਂ ਫੀਲ ਕਰ ਰਹੇ ਹੋ ਦੈਟ ਯੂ ਨੀਡ ਸਮਥਿੰਗ ਐਕਸਟਰਾ, ਯੂ ਨੀਡ ਸਮਥਿੰਗ ਡਿਫਰੈਂਟ, ਸੋ ਆਈ ਹੈਵ ਦਾ ਸੋਲਿਊਸ਼ਨ ਫॉर दैट। ਬਟ ਬਿਫੋਰ दैट ਅਸੀਂ ਨੈਕਸਟ ਅਗਰ ਦੇਖਾਂਗੇ ਰੀਡਿੰਗ। ਸੋ अगर तुम रीडिंग टेस्ट कर रहे हो सो यू नो दीज आंसर्स ऑफ दीज क्वेश्चंस। फर्स्ट डू यू नो द रीजन ऑफ गेटिंग लो स्कोर इन रीडिंग टेस्ट। सो अगर ਤੁਹਾਡੇ ਕੰਟੀਨਿਊਸਲੀ ਲਗਾਤਾਰ ਘੱਟ ਸਕੋਰ ਆ ਰਿਹਾ 17 18 19 20 ਦੇ ਨੇੜੇ ਰਹਿ ਰਹੇ ਹੈ ਤੇ ਉਸ ਦਾ ਰੀਜ਼ਨ ਕੀ ਹੈਗਾ ਔਰ ਉਸ ਨੂੰ ਸਾਨੂੰ ਸਕਿੱਲਸ ਕਿਹੜੇ ਚਾਹੀਦੇ। ਸੈਕੰਡ ਕੁਐਸਚਨ ਹੈ ਡੂ ਯੂ ਨੋ ਦ ਸਕਿੱਲਸ ਰਿਕੁਆਇਰਡ ਟੂ ਕਲੀਅਰ ਰੀਡਿੰਗ ਐਗਜ਼ਾਮ। ਸੋ ਉਹ ਸਕਿੱਲਸ ਕਿਹੜੇ ਹੁੰਦੇ ਹੈਗੇ ਰੀਡਿੰਗ ਐਗਜ਼ਾਮ 'ਚ ਐਕਚੁਅਲ ਦੇ ਵਿੱਚ ਉਹ ਟੈਸਟ ਕਿਸ ਚੀਜ਼ ਨੂੰ ਕਰ ਰਹੇ ਹੈਗੇ ਆ। थर्ड, डू यू नो वेयर यू आर लैकिंग वाइल आंसरिंग द क्वेश्चन। जो तुम आंसर करते हो और अगर वो रॉन्ग हो जाता है तो क्यों रॉन्ग होता है। डू यू हैव द आंसर ऑफ दैट क्वेश्चन कि सिंपल आंसर यही होंगे कि वो मैंने मिले नहीं, दैट्स ऑल। ओके, फोर्थ इज डू यू नो हाउ टू इम्प्रूव द रीडिंग स्कोर। अगर नहीं पता है स्टिल यू आर इन ए प्रॉब्लम। एंड डू यू नो द स्किल्स रिक्वायर्ड टू स्कोर मैक्सिमम इन द रीडिंग एग्जाम। सो मैक्सिमम स्कोर किस दे आउणगे 9 बैंड किस टाइप का जिहड़ा कैंडीडेट है उसनों 9 बैंड मिलणगे, उसनों किस लैवल तक 9 बैंड स्कोर करना पएगा। ओके, अगर इन्होंने क्वेश्चन के तुहाडे कोल आंसर्स नहीं है और तुसीं चाहुंदे हो इन्होंने क्वेश्चन के आंसर मिलन, सो आई हैव द आंसर ऑफ दीज क्वेश्चन। सो नेक्स्ट देखिए आप लिसनिंग। आई थिंक दिस इज़ द ईजीएस्ट मॉड्यूल इन IELTS एग्जाम। बट फिर भी काफ़ी बार कैंਡੀਡੇਟ ਇਸ ਦੇ ਵਿੱਚ ਕਨਫਿਊਜ਼ ਰਹਿੰਦੇ ਹੈਗੇ। ਸੋ ਫਸਟ, ਡੂ ਯੂ ਨੋ ਦ ਰੀਜ਼ਨ ਆਫ ਗੈਟਿੰਗ ਲੋ ਸਕੋਰ ਰੈਗੂਲਰਲੀ। ਸੋ ਦੈਟ ਇਜ਼ ਦ ਵਨ ਮੇਨ ਕੁਐਸਚਨ। ਕੈਂਡੀਡੇਟਸ ਦੇ ਸਕੋਰ ਘੱਟ ਆ ਰਹੇ ਹੈਗੇ ਆ ਐਂਡ ਬਹੁਤ ਸਲੋ ਵੱਧ ਰਹੇ ਹੈਗੇ 14 15 16 ਦੋ ਤਿੰਨ ਹਫ਼ਤਿਆਂ ਦੇ ਵਿੱਚ 14 15 ਤੋਂ ਕੈਂਡੀਡੇਟ 17 18 ਤੇ ਪਹੁੰਚ ਪਾਉਂਦਾ। ਸੋ ਵਟ ਇਜ਼ ਦ ਰੀਜ਼ਨ। ਓਕੇ, ਅਗਰ ਉਹ ਰੀਜ਼ਨ ਪਤਾ ਆਪਾਂ ਰੀਜ਼ਨ ਨੂੰ ਸੋਲਵ ਕਰਾਂਗੇ ਐਂਡ ਡੈਫੀਨੇਟਲੀ ਸਾਡੇ ਸਕੋਰ ਵਧਣਗੇ। ਡੂ ਯੂ ਨੋ ਹਾਊ ਟੂ ਇੰਪਰੂਵ ਦ ਯੂਰ ਲਿਸਨਿੰਗ ਟੈਸਟ ਸਕੋਰ। ਸੋ ਇਹ ਬਹੁਤ ਈਜ਼ੀ ਹੈ ਬਟ ਅਗਰ ਤੁਹਾਨੂੰ ਇਸ ਦਾ ਆਂਸਰ ਨਹੀਂ ਪਤਾ ਹੈਗਾ ਸੋ ਯੂ ਸ਼ੁੱਡ ਨੋ। ਐਂਡ ਡੂ ਯੂ ਨੋ ਸਕਿੱਲਸ ਰਿਕੁਆਇਰਡ ਟੂ ਸਕੋਰ ਮੈਕਸਿਮਮ ਇਨ ਦ ਲਿਸਨਿੰਗ ਟੈਸਟ। ਸੋ ਲਿਸਨਿੰਗ ਟੈਸਟ ਦੇ ਵਿੱਚ ਕਿਹੜੇ ਸਕਿੱਲਸ ਚਾਹੀਦੇ ਹੈਗੇ ਆ। ਸੋ ਡੈਫੀਨੇਟਲੀ ਟੈਸਟ ਕੁਛ ਨਾ ਕੁਛ ਤੁਹਾਡੇ ਸਕਿੱਲਸ ਨੂੰ ਚੈੱਕ ਕਰ ਰਿਹਾ ਹੈਗਾ ਜੋ ਕਿ ਇੰਗਲਿਸ਼ ਨਾਲ ਰਿਲੇਟਡ ਨੇ। ਸੋ ਬਟ ਉਹ ਕਿਹੜੇ ਸਕਿੱਲਸ ਹੈ ਔਰ ਉਹਨਾਂ ਨੂੰ ਅਸੀਂ ਚਾਹੀਦੇ ਕਿਹੜੇ ਹੈਗੇ ਔਰ ਉਹਨਾਂ ਨੂੰ ਅਸੀਂ ਡਿਵੈਲਪ ਕਿੱਦਾਂ ਕਰਨਾ ਹੈਗਾ। ਸੋ ਇਹ ਆਂਸਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਨੈਕਸਟ ਆਈਏ ਸਪੀਕਿੰਗ। ਡੂ ਯੂ ਨੋ ਅਬਾਊਟ ਦ ਬੈਂਡ ਡਿਸਕ੍ਰਿਪਟਰਸ ਆਫ ਸਪੀਕਿੰਗ ਐਗਜ਼ਾਮ। ਸੋ ਅਗਰ ਤੁਹਾਡੇ ਇੰਸਟੀਚਿਊਟ ਨੇ ਤੁਹਾਡੇ ਬੈਂਡ ਡਿਸਕ੍ਰਿਪਟਰਸ ਡਿਸਕਸ ਹੀ ਨਹੀਂ ਕੀਤੇ ਹੈਗੇ ਸੋ ਫਸਟ ਤਾਂ ਇਹ ਇਸ਼ੂ ਹੈ, ਬਹੁਤ ਵੱਡਾ ਇਸ਼ੂ ਹੈ। ਬਟ ਅਗਰ ਉਹਨਾਂ ਨੇ ਇਸ਼ੂ ਕੀਤੇ ਹੈਗੇ ਡਿਸਕਸ ਕੀਤੇ ਹੈ ਬਟ ਐਕਸਪਲੇਨ ਨਹੀਂ ਚੰਗੀ ਤਰ੍ਹਾਂ ਕੀਤੇ ਹੈਗੇ ਦੈਟ ਇਜ਼ ਦ ਸੈਕੰਡ ਬਿਗ ਇਸ਼ੂ। And do you know how to improve English speaking skills? If no, then you should know. Do you know what are the purposes of different parts of speaking test? So speaking there are three parts: part 1, part 2, part 3, and every part has different purpose. If you don't know, definitely it is somewhere you face difficulty to score maximum. Okay, and do you know who will get band 7, what type of person those are, what type of English those persons have who can score band 7 in speaking exam। ओके, सो बैंड डिस्क्रिप्टर्स अगर तुम चंगी तरह समझे तो सो लास्ट क्वेश्चन ਨੂੰ ਬੜੀ ਈਜ਼ੀਲੀ ਆਨਸਰ ਕਰ ਸਕਦੇ ਹੋ। ਸੋ ਨੈਕਸਟ ਸਾਡੇ ਕੋਲ ਲਾਸਟ ਆ ਜਾਂਦਾ ਹੈਗਾ ਰਾਈਟਿੰਗ। ਸੋ ਬੇਸਿਕਲੀ ਰਾਈਟਿੰਗ ਐਂਡ ਸਪੀਕਿੰਗ ਦੇ ਉੱਤੇ ਇੱਕ ਟ੍ਰੇਨਰ ਦੀ ਜ਼ਿਆਦਾ ਮਿਹਨਤ ਹੁੰਦੀ ਹੈ, ਲਿਸਨਿੰਗ ਐਂਡ ਰੀਡਿੰਗ ਦੇ ਉੱਤੇ ਘੱਟ ਮਿਹਨਤ ਹੁੰਦੀ ਹੈਗੀ ਆ ਐਂਡ ਲਿਸਨਿੰਗ ਐਂਡ ਰੀਡਿੰਗ ਜਸਟ ਇੱਕ ਐਟਮੋਸਫੀਅਰ ਪ੍ਰੋਵਾਈਡ ਕਰਨਾ ਹੁੰਦਾ ਸੋ ਦੈਟ ਯੂ ਕੈਨ ਪ੍ਰੈਕਟਿਸ ਦਾ ਟੈਸਟ। ਬਟ ਉਹ ਡੇਲੀ ਟੈਸਟ ਵੀ ਕਰਨਾ ਕੋਈ ਫਾਇਦੇਮੰਦ ਨਹੀਂ ਹੈਗਾ। ਸੋ ਇੱਕ 4 5 ਜਾਂ 10 ਟੈਸਟ ਕਰਕੇ ਵੀ ਅਸੀਂ ਵਧੀਆ ਸਕੋਰ ਕਰ ਸਕਦੇ ਹੈਗੇ ਅਗਰ ਸਾਨੂੰ ਉਹਨਾਂ ਕੁਐਸਚਨਸ ਦੇ ਆਂਸਰ ਪਤਾ ਹੈ ਜੋ ਅਸੀਂ ਰੀਡਿੰਗ ਸਲਾਈਡਸ ਦੇ ਵਿੱਚ ਦੇਖੇ ਨੇ। So writing, do you have the knowledge of writing band descriptors? So again writing band descriptors is the detailed information
provided by the is.org that ਕਿ ਇੱਕ ਐਗਜ਼ਾਮੀਨਰ ਤੁਹਾਡੇ ਐਸੇ ਨੂੰ ਕਿਸ ਤਰ੍ਹਾਂ ਦੇਖਦਾ ਹੈਗਾ ਔਰ ਇਵੈਲੂਏਟ ਕਿਸ ਤਰ੍ਹਾਂ ਕਰਦਾ ਹੈਗਾ। ਐਂਡ second is very important. Do you know learning new vocabulary words and using synonyms are the least effective method to score maximum? ਸੋ ਅਸੀਂ ਇਸ ਦੇ ਉੱਤੇ ਬਹੁਤ ਮਿਹਨਤ ਕਰਦੇ ਹਾਂ। ਵੋਕੈਬਲਰੀ ਨਿਊ ਵਰਡਸ, ਨਵੇਂ ਤੋਂ ਨਵਾਂ ਵਰਡ ਯਾਦ ਕਰਨਾ, ਔਰ ਇੱਕ ਵਰਡ ਦੇ ਸਨੋਨੀਅਮ, ਪੀਪਲ ਦਾ ਸਨੋਨੀਅਮ ਅਸੀਂ ਦੇਖਦੇ ਹਾਂ, ਚਿਲਡਰਨ ਦਾ ਸਨੋਨੀਅਮ ਦੇਖਦੇ ਹਾਂ, ਬਟ these are the least effective method. So I can prove. Do you know what is the difference between 6 and 5 and 7? Actually a question general ਵਾਲਿਆਂ ਵਾਸਤੇ, ਅਗਰ ਜਨਰਲ ਕੈਂਡੀਡੇਟ ਕੰਟੀਨਿਊਸਲੀ 6.5 ਸਕੋਰ ਕਰ ਰਿਹਾ ਹੈਗਾ, ਸੋ what is the reason of that ਕਿ 6.45 ਸਕੋਰ ਕਿਉਂ ਉਸਦਾ ਆ ਰਿਹਾ ਹੈਗਾ, 7 ਕਿਉਂ ਨਹੀਂ ਆ ਰਹੇ ਹੈਗੇ। ਸੋ ਬਹੁਤ ਸਾਰੇ ਕੈਂਡੀਡੇਟ 6.5 ਤੇ ਹੁੰਦੇ ਹੈਗੇ। ਐਂਡ ਇਸ ਕੁਐਸਚਨ ਦਾ ਆਨਸਰ ਐਂਡ ਨੈਕਸਟ ਕੁਐਸਚਨ, ਹਾਊ ਟੂ ਸਕੋਰ ਬੈਂਡ 7 ਇਨ ਰਾਈਟਿੰਗ। ਸੋ ਇਸ ਕੁਐਸਚਨ ਦਾ ਆਨਸਰ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ। ਸੋ ਇਸ ਸਲਾਈਡ 'ਤੇ ਕੁਝ ਗ੍ਰਾਮਰ ਮਿਸਟੇਕਸ ਹੈਗੀਆਂ ਮੇਰੀਆਂ। ਓਕੇ, ਯੂ ਕੈਨ ਸਕੋਰ ਬੈਂਡ 9 ਇਨ ਰਾਈਟਿੰਗ ਇਨ ਟਾਸਕ 1 ਵਿਦ ਐਵਰੇਜ ਇੰਗਲਿਸ਼। ਸੋ that is very interesting line. So band 9 ਅਸੀਂ ਟਾਸਕ 1 'ਚ ਸਕੋਰ ਕਰ ਸਕਦੇ ਹਾਂ, ਔਰ ਸੋਚ ਕੇ ਦੇਖੋ ਅਗਰ ਬੈਂਡ 9 ਟਾਸਕ 1 'ਚ ਅਸੀਂ ਸਕੋਰ ਕੀਤਾ ਹੈਗਾ ਤਾਂ ਓਵਰਆਲ ਸਕੋਰ ਤਾਂ 7 ਬੜੇ ਆਰਾਮ ਨਾਲ ਬਣ ਜਾਏਗਾ। ਅਗਰ 6 ਵੀ ਸਕੋਰ ਕਰਾਂਗੇ ਅਸੀਂ ਟਾਸਕ 2 ਦੇ ਵਿੱਚ, ਤੇ 9 ਬੈਂਡ ਦੇ ਨਾਲ 7 ਬੈਂਡ ਤਾਂ ਓਵਰਆਲ ਬਹੁਤ ਈਜ਼ੀਲੀ ਬਣ ਜਾਣਗੇ। So if you really want to know the answers of these questions, all these questions, so join Spartan. So to make the insurity, I just give you the two offers कि विश्वास हो जाए कि वाकई ही कुछ डिफरेंट मिल रहा हैगा जो बाकी सेंटर्स, आई डोंट नो, मैं ये नहीं क्लेम करता कि सारे ही इस तरह करते हैं, पर ज़्यादातर ਟੈਸਟ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਨੇ। ਸੋ ਅਗਰ ਤੁਸੀਂ ਕੁਝ ਡਿਫਰੈਂਟ ਟਾਈਪ ਆਫ ਕੋਚਿੰਗ ਐਂਡ ਜਿਹੜੀ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇ ਐਂਡ ਤੁਸੀਂ ਮੈਕਸਿਮਮ ਸਕੋਰ ਕਰ ਸਕੋ, ਐਂਡ ਬਾਰ-ਬਾਰ ਉਹ ਇੱਕ ਸਾਈਕਲ ਜਿਹੜਾ ਹੈਗਾ ਉਸ ਸਾਈਕਲ ਦੇ ਵਿੱਚੋਂ ਨਿਕਲਣਾ ਚਾਹੁੰਦੇ ਹੋ, ਤੇ ਉਸ ਵਾਸਤੇ ਮੈਂ ਦੋ ਆਫਰਸ ਦਿੱਤੀਆਂ ਹੈਗੀਆਂ ਜੋ ਸਕਰੀਨ ਤੇ ਵੀ ਲਿਖੀਆਂ। ਸੋ ਫਸਟ ਵੀਕ ਆਫ ਟ੍ਰੇਨਿੰਗ ਇਜ਼ ਟੋਟਲੀ ਫ੍ਰੀ ਵਿਦਾਊਟ ਐਨੀ ਰਜਿਸਟ੍ਰੇਸ਼ਨ। ਆਈ ਐਮ ਨॉट ਆਸਕਿੰਗ ਯੂ ਦੈਟ ਓਕੇ ਵਟ ਇਜ਼ ਯੋਰ ਐਡਰੈਸ ਐਂਡ ਵਟ ਇਜ਼ ਯੋਰ ਫੋਨ ਨੰਬਰ, ਕੋਈ ਮਾਰਕੀਟਿੰਗ ਪਰਪਸ ਵਾਸਤੇ ਨਹੀਂ ਯੂਜ਼ ਕੀਤਾ ਜਾਏਗਾ। ਓਕੇ, ਸੋ ਫਸਟ ਵੀਕ ਤੁਸੀਂ ਬਿਲਕੁਲ ਸਿਰਫ ਆਪਣਾ ਨਾਮ ਦੱਸਣਾ ਹੈਗਾ, ਔਰ ਇੱਕ ਨੋਟਬੁੱਕ ਤੁਸੀਂ ਨਾਲ ਲੈ ਕੇ ਆਉਣੀ ਹੈਗੀ ਆ, ਤੇ ਨੋਟਬੁੱਕ ਐਂਡ ਪੈਨ, ਤੇ ਫਸਟ ਵੀਕ ਜਿਹੜਾ ਹੈਗਾ ਤੁਹਾਡੀ ਕੋਚਿੰਗ ਦਾ ਟੋਟਲੀ ਫ੍ਰੀ ਹੋਏਗਾ। ਔਰ ਆਫਟਰ ਵੀਕ ਤੁਸੀਂ ਅਗਰ ਵਿਦਡਰਾ ਕਰਦੇ ਹੋ, ਈਵਨ ਮੈਂ ਤੁਹਾਨੂੰ ਇਹ ਵੀ ਨਹੀਂ ਕਹੂੰਗਾ ਕਿ ਤੁਸੀਂ ਕਿਉਂ ਵਿਦਡਰਾ ਕਰ ਰਹੇ ਹੋ, ਸੋ ਵਟ ਇਜ਼ ਦ ਰੀਜ਼ਨ। ਸੋ ਓਕੇ, ਐਂਡ ਦ ਸੈਕੰਡ ਥਿੰਗ ਇਜ਼, ਸੋ ਫਸਟ 3 ਵੀਕਸ, ਫਸਟ ਵੀਕ ਅਗਰ ਤੁਸੀਂ ਤੁਹਾਨੂੰ ਸਹੀ ਲੱਗਦਾ ਤੁਸੀਂ ਜੁਆਇਨ ਕਰ ਲੈਂਦੇ ਹੋ, ਨੈਕਸਟ 2 ਵੀਕਸ ਦੇ ਵਿੱਚ ਅਗਰ ਤੁਸੀਂ ਫਿਰ ਵੀ ਸੈਟਿਸਫਾਈਡ ਨਹੀਂ ਹੁੰਦੇ ਹੋ ਐਂਡ ਯੂ ਥਿੰਕ ਦੈਟ ਓਕੇ ਪਹਿਲਾ ਹੀ ਵੀਕ ਅੱਛਾ ਸੀਗਾ, ਬਾਅਦ ਵਿੱਚ ਤਾਂ ਬਿਲਕੁਲ ਹੀ ਡਿਫਰੈਂਟ ਹੀ ਹੋ ਗਿਆ ਹੈਗਾ ਐਂਡ ਕੋਈ ਐਡਵਾਂਟੇਜ ਨਹੀਂ ਹੈਗੀ ਹੈ, ਤੇ ਤੁਸੀਂ ਆਪਣੇ 100% ਫੀਸ ਰਿਫੰਡ ਮਤਲਬ ਕੈਸ਼ ਦੇ ਵਿੱਚ ਮੈਂ ਤੁਹਾਨੂੰ ਰਿਫੰਡ ਕਰੂੰਗਾ, ਕੋਈ ਆਫਰ ਨਹੀਂ ਦਊਂਗਾ, ਇਹ ਨਹੀਂ ਕਹੂੰਗਾ ਕਿ ਤੁਸੀਂ ਆਪਣੀ ਜਗ੍ਹਾ ਕਿਸੇ ਹੋਰ ਸਟੂਡੈਂਟ ਨੂੰ ਭੇਜ ਦਿਓ, ਐਂਡ ਇੱਦਾਂ ਦਾ ਕੋਈ ਆਫਰ ਨਹੀਂ ਹੋਏਗੀ, ਕੁਛ ਨਹੀਂ ਹੈਗਾ। ਜਾਂ ਫਿਰ ਤੁਸੀਂ ਹੋਰ ਟ੍ਰੇਨਿੰਗ ਕਰ ਲਓ, ਬਹੁਤ ਸਾਰੇ ਡਿਫਰੈਂਟ ਨਾ ਹਿਡਨ ਚਾਰਜਿਸ ਵਗੈਰਾ ਹੁੰਦੇ ਹੈਗੇ, ਸੋ ਹਿਡਨ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ, ਸੋ ਇੱਥੇ ਕੋਈ ਟਰਮਸ ਐਂਡ ਕੰਡੀਸ਼ਨ ਹਿਡਨ ਨਹੀਂ ਹੈਗੀ ਹੈ। ਅਗਰ ਫਸਟ 3 ਵੀਕਸ ਦੇ ਵਿੱਚ ਤੁਸੀਂ ਕਹੋਗੇ ਕਿ ਹਾਂ ਤੁਸੀਂ ਤੁਹਾਨੂੰ ਵਧੀਆ ਕੋਚਿੰਗ ਨਹੀਂ ਮਿਲ ਰਹੀ ਹੈਗੀ ਹੈ, ਔਰ ਜੋ ਮੈਂ ਬਾਕੀ ਸੈਂਟਰਸ ਦੇ ਵਿੱਚ ਸਟੱਡੀ ਕੀਤਾ ਹੈਗਾ ਜੋ ਬਾਕੀ ਸੈਂਟਰਸ ਕਰਵਾਉਂਦੇ ਨੇ, ਅਗਰ ਸੇਮ ਉਹੀ ਕੋਚਿੰਗ ਹੈਗੀ ਹੈ, ਤੁਸੀਂ 100% ਫੀਸ ਰਿਫੰਡ ਕਾਲ ਕਰ ਸਕਦੇ ਹੋ। ਓਕੇ, ਸੋ ਇਹ ਤੁਸੀਂ ਡਿਸੀਜ਼ਨ ਲੈਣਾ ਹੈਗਾ ਕਿ ਤੁਸੀਂ ਬਾਰ-ਬਾਰ ਟੈਸਟ ਦੇਣ ਵਾਲੇ ਔਰ ਡਿਫਰੈਂਟ ਕੋਚਿੰਗ ਸੈਂਟਰਸ ਨੂੰ ਬਾਰ-ਬਾਰ ਜੁਆਇਨ ਕਰਨਾ, ਇਸ ਸਾਈਕਲ ਨੂੰ ਸਟਾਪ ਕਰਨਾ ਚਾਹੁੰਦੇ ਹੋ, ਔਰ ਇੱਕ ਵਾਰ ਜਦੋਂ ਤੁਸੀਂ ਇਗਜ਼ਾਮ ਦੇਣਾ ਹੈਗਾ ਐਂਡ 100% ਉਹ ਕਲੀਅਰ ਹੋਏਗਾ, ਕਿਉਂਕਿ ਇਗਜ਼ਾਮ ਵੀ ਬਹੁਤ ਕੋਸਟਲੀ ਹੈ, 14,000 ਦਾ ਇਗਜ਼ਾਮ ਹੈ, ਠੀਕ ਹੈ, ਉਹ ਬਾਰ-ਬਾਰ ਨਹੀਂ ਦਿੱਤਾ ਜਾ ਸਕਦਾ ਹੈਗਾ। ਸੋ ਉਹ ਫਾਈਨੈਂਸ਼ੀਅਲ ਬਰਡਨ ਤੁਹਾਡੇ ਉੱਤੇ ਬਹੁਤ ਜ਼ਿਆਦਾ ਆ ਜਾਂਦਾ ਹੈਗਾ ਉਸ ਚੀਜ਼ ਦਾ, ਐਂਡ ਤੁਹਾਡੇ ਪੇਰੈਂਟਸ 'ਤੇ ਬਹੁਤ ਜ਼ਿਆਦਾ ਆ ਜਾਂਦਾ ਹੈਗਾ ਫਾਈਨੈਂਸ਼ੀਅਲ ਬਰਡਨ ਉਹ ਟੈਸਟ ਨੂੰ ਬਾਰ-ਬਾਰ ਦੇਣ ਦਾ। ਸੋ ਰੈਦਰ ਦੈਨ ਇਸ ਸਾਈਕਲ ਨੂੰ ਅਗਰ ਸਟਾਪ ਕਰਨਾ ਚਾਹੁੰਦੇ ਐਂਡ ਯੂ ਰੀਅਲੀ ਵਾਂਟ ਟੂ ਅੰਡਰਸਟੈਂਡ ਕਿ ਤੁਹਾਨੂੰ ਕਿੰਨਾ ਟਾਈਮ ਲੱਗੇਗਾ ਔਰ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਏਗੀ, ਸੋ ਜੁਆਇਨ ਸਪਾਰਟਨ। So thank you, I hope you understand everything. So for more information you can WhatsApp me on this number or you can call me on this number for more information. Thank you.